ਸੇਲੈਂਟ ਫੀਚਰਸ ਆਫ ਇੰਡੀਅਨ ਕੌਨਸਟੀਟਿਊਸ਼ਨ ਵਿੱਚ ਅੱਗੇ ਪੜ੍ਹਦੇ ਹਾਂ ਜੀ ਸੁਤੰਤਰ ਸੰਸਥਾਵਾਂ। ਸਾਡੇ ਸੰਵਿਧਾਨ ਵਿੱਚ ਕੁਛ ਨਾ ਬਹੁਤ ਇੰਪੋਰਟੈਂਟ ਸੰਸਥਾਵਾਂ ਮੈਂਸ਼ਨ ਕੀਤੀਆਂ ਹੋਈਆਂ ਆ। ਉਹ ਕਾਫੀ ਇੰਡੀਪੈਂਡੈਂਟ ਵੀ ਆ, ਮਤਲਬ ਸਰਕਾਰ ਦਾ ਉਹਨਾਂ 'ਤੇ ਬਹੁਤਾ ਦਬਾਅ ਨਹੀਂ। ਉਹ ਇੰਡੀਪੈਂਡੈਂਟ ਰੂਪ ਵਿੱਚ ਕੰਮ ਕਰਦੀਆਂ ਆ। ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਹੋ ਗਿਆ, UPSC ਹੋ ਗਈ, ਕੈਗ ਹੋ ਗਿਆ। ਸਾਡੇ ਸਰਕਾਰ ਦੇ ਵਿਧਾਨਕ, ਕਾਰਜਕਾਰੀ ਅਤੇ ਨਿਆਇਕ ਅੰਗਾਂ ਦੇ ਨਾਲ 3 ਮੇਨ ਅੰਗ ਹੁੰਦੇ ਜੀ ਸਰਕਾਰ ਦੇ। ਲੈਜਿਸਲੇਚਰ ਜਿਹੜੇ ਕਾਨੂੰਨ ਬਣਾਉਂਦੇ ਆ, ਵਿਧਾਨਕ ਮਤਲਬ ਆਮ ਕਾਨੂੰਨ, ਆਮ ਵਿਧਾਨ ਬਣਾਉਂਦੇ ਆ। ਕਾਰਜਕਾਰੀ ਅੰਗਰੇਜ਼ੀ ਵਿੱਚ ਕਹੀਏ ਤਾਂ ਐਗਜ਼ੀਕਿਊਟਿਵ, ਇਹ ਹੁੰਦੀ ਜੀ ਤੁਹਾਡੀ ਸਰਕਾਰ, ਤੁਹਾਡੇ ਮਿਨਿਸਟਰ ਵਗੈਰਾ। ਨਿਆਇਕ ਅੰਗ ਜੁਡੀਸ਼ਰੀ। ਇਹਨਾਂ ਦੇ ਨਾਲ ਨਾਲ ਭਾਰਤੀ ਸੰਵਿਧਾਨ ਵਿੱਚ ਕੁਝ ਸੁਤੰਤਰ ਸੰਸਥਾਵਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਇਹ ਜਿਹੜੀ ਸੰਸਥਾਵਾਂ ਆ, ਇਹ ਸਾਡੇ ਡੈਮੋਕ੍ਰੈਟਿਕ ਸਿਸਟਮ ਨੂੰ ਪ੍ਰੋਟੈਕਟ ਕਰਦੀਆਂ। ਦੇ ਆਰ ਐਨਵਿਸੈਕਟ ਐਜ਼ ਦਾ ਬੁਲਵਾਰਕਸ ਮਤਲਬ ਡਿਫੈਂਸਿਵ ਵਾਲ, ਪ੍ਰੋਟੈਕਸ਼ਨ ਦਿੰਦੀਆਂ ਕਿਹਨੂੰ? ਟੂ ਦਾ ਡੈਮੋਕ੍ਰੈਟਿਕ ਸਿਸਟਮ, ਲੋਕਤੰਤਰਿਕ ਸਿਸਟਮ ਨੂੰ ਪ੍ਰੋਟੈਕਟ ਕਰਦੀਆਂ ਇਹ ਸੰਸਥਾਵਾਂ। ਪਹਿਲੀ ਹੈ ਜੀ ਚੋਣ ਕਮਿਸ਼ਨ, ਇਲੈਕਸ਼ਨ ਕਮਿਸ਼ਨ। ਇਹ ਇਲੈਕਸ਼ਨ ਕੰਡਕਟ ਕਰਵਾਉਂਦੀ ਆ, ਸੁਨਿਸ਼ਚਿਤ ਕਰਦੀ ਆ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ, ਬਿਨਾਂ ਕਿਸੇ ਦਬਾਅ ਦੇ ਅਤੇ ਬਿਨਾਂ ਕਿਸੇ ਪੱਖਪਾਤ ਦੇ। ਕਿਸ ਸੰਸਥਾ ਲਈ ਕਿਸ ਇਲੈਕਸ਼ਨ ਨੂੰ ਕੰਡਕਟ ਕਰਵਾਉਂਦੇ ਆ, ਇਹ ਬਹੁਤ ਇੰਪੋਰਟੈਂਟ ਪੁਆਇੰਟ ਆ, ਇਹਨੂੰ ਰੱਟਾ ਮਾਰ ਲੈਣਾ। ਇਸ ਦਾ ਉਦੇਸ਼ ਸੰਸਦ, ਸੈਂਟਰ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ, MP ਦੇ ਇਲੈਕਸ਼ਨ ਕੰਡਕਟ ਕਰਵਾਉਣੇ, ਰਾਜ ਵਿਧਾਨ ਸਭਾਵਾਂ, ਸਟੇਟ ਲੈਵਲ 'ਤੇ ਲੈਜਿਸਲੇਟਿਵ ਅਸੈਂਬਲੀਆਂ, MLA ਦੇ ਇਲੈਕਸ਼ਨ ਕੰਡਕਟ ਕਰਵਾਉਣੇ। ਇੰਪੋਰਟੈਂਟ ਪੁਆਇੰਟ ਹੋ ਗਿਆ। ਸਟੇਟ ਲੈਵਲ 'ਤੇ ਜਿਹੜਾ ਇਲੈਕਸ਼ਨ ਆ, ਉਹ ਸਟੇਟ ਇਲੈਕਸ਼ਨ ਕਮਿਸ਼ਨ ਨਹੀਂ ਕੰਡਕਟ ਕਰਵਾਉਂਦਾ, ਉਹ ਸੈਂਟਰਲ ਦਾ ਇਲੈਕਸ਼ਨ ਕਮਿਸ਼ਨ ਕੰਡਕਟ ਕਰਵਾਉਂਦਾ ਆ MLA ਦੇ ਇਲੈਕਸ਼ਨ। ਭਾਰਤ ਦੇ ਰਾਸ਼ਟਰਪਤੀ ਦੇ ਦਫ਼ਤਰ, ਆਫਿਸ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ, ਐਂਡ ਭਾਰਤ ਦੇ ਉਪ ਰਾਸ਼ਟਰਪਤੀ ਦੇ ਦਫ਼ਤਰ ਲਈ ਇਲੈਕਸ਼ਨ, ਵਾਈਸ ਪ੍ਰੈਜ਼ੀਡੈਂਟ, ਆਫਿਸ ਆਫ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਇਹਨਾਂ ਲਈ ਆਜ਼ਾਦ ਅਤੇ ਨਿਰਪੱਖ ਚੋਣਾਂ, ਫੇਅਰ ਐਂਡ ਫੇਅਰ ਇਲੈਕਸ਼ਨ ਨੂੰ ਯਕੀਨੀ ਬਣਾਉਂਦਾ ਹੈ। ਠੀਕ ਹੈ। ਅੱਗੇ ਹੈ ਜੀ ਭਾਰਤ ਦਾ ਕੰਟਰੋਲਰ ਅਤੇ ਆਡੀਟਰ ਜਨਰਲ, ਕੈਗ। ਇਹ ਜਨਤਕ ਪਰਸ ਮਤਲਬ ਪਬਲਿਕ ਪਰਸ ਦੇ ਸਰਪ੍ਰਸਤ ਵਜੋਂ ਕੰਮ ਕਰਦਾ ਹੈ। ਸਰਪ੍ਰਸਤ ਮਤਲਬ ਗਾਰਡੀਅਨ, ਅਤੇ ਸਰਕਾਰੀ ਖਰਚਿਆਂ ਦੀ ਕਾਨੂੰਨੀਤਾ ਅਤੇ ਪ੍ਰਮਾਣਿਕਤਾ ਬਾਰੇ ਮਾਹਰ ਰਾਏ ਦਿੰਦਾ ਹੈ। ਇਟ ਐਕਟਸ ਐਜ਼ ਦਾ ਗਾਰਡੀਅਨ ਆਫ ਪਬਲਿਕ ਪਰਸ, ਸਰਕਾਰੀ ਖਜ਼ਾਨੇ ਵਗੈਰਾ ਦਾ ਕੀ ਆ, ਸਰਪ੍ਰਸਤ ਰੂਪ ਵਿੱਚ ਕੰਮ ਕਰਦਾ, ਗਾਰਡੀਅਨ। ਐਂਡ ਗਿਵਸ ਐਕਸਪਰਟ ਓਪੀਨੀਅਨ ਔਨ ਦਾ ਲੀਗੈਲਿਟੀ ਐਂਡ ਪ੍ਰੋਪਰਾਈਟੀ ਆਫ ਦਾ ਗਵਰਨਮੈਂਟ ਐਕਸਪੈਂਡੀਚਰ। ਜੋ ਸਰਕਾਰ ਨੇ ਖਰਚਾ ਕਰਨਾ ਆ, ਉਹਦੇ ਬਾਰੇ ਆਪਣੀ ਵਿਸ਼ੇਸ਼ ਰਾਏ ਦਿੰਦਾ ਆ। ਇਹ ਕੇਂਦਰ ਅਤੇ ਰਾਜ ਸਰਕਾਰਾਂ ਦੇ ਖਾਤਿਆਂ ਦਾ ਆਡਿਟ ਵੀ ਕਰਦਾ ਹੈ। ਆਡਿਟ ਕਰਨਾ ਸਮਝਦੇ ਵੀ ਜਿੰਨਾ ਪੈਸਾ ਖਰਚ ਹੋਇਆ, ਉਹ ਦੇਖਣਾ ਵੀ ਇਹ ਸਹੀ ਕਾਨੂੰਨ ਦੇ ਹਿਸਾਬ ਨਾਲ ਖਰਚ ਹੋਇਆ, ਰੂਲਸ ਨਿਯਮਾਂ ਦੇ ਹਿਸਾਬ ਨਾਲ ਹੀ ਖਰਚ ਹੋਇਆ ਨਾ, ਇਸ ਗੱਲ ਦੀ ਪੜਤਾਲ ਕਰਨੀ। ਸੈਂਟਰ ਵਾਲਾ ਕੈਗ ਸੈਂਟਰ ਦੇ ਵੀ, ਕੇਂਦਰ ਦੇ ਵੀ ਅਤੇ ਸਟੇਟ ਦੇ ਵੀ, ਰਾਜ ਸਰਕਾਰਾਂ ਦੇ ਖਾਤਿਆਂ ਦੀ ਵੀ ਆਡਿਟ ਕਰਦਾ ਹੈ। ਠੀਕ। ਅੱਗੇ ਹੈ ਜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, UPSC। ਤੁਸੀਂ IAS IPS ਦਾ ਐਗਜ਼ਾਮ ਦਿੰਦੇ ਆ, ਅਸੀਂ ਕਹਿ ਦਿੰਦੇ ਹਾਂ UPSC ਦਾ ਐਗਜ਼ਾਮ। UPSC ਇੱਕ ਕੇਂਦਰ 'ਤੇ ਸੰਸਥਾ ਹੈ ਜੀ, ਸੈਂਟਰਲ ਲੈਵਲ ਦੀ ਬੋਡੀ ਆ, ਕਮਿਸ਼ਨ ਆ। ਇਸ ਦਾ ਮੁੱਖ ਉਦੇਸ਼ ਆਲ ਇੰਡੀਆ ਸੇਵਾਵਾਂ ਅਤੇ ਉੱਚ ਕੇਂਦਰੀ ਸੇਵਾਵਾਂ ਲਈ ਭਰਤੀ ਪ੍ਰੀਖਿਆ ਕਰਵਾਉਣਾ ਹੈ। ਸਿੰਬਲ ਤੁਸੀਂ ਯਾਦ ਰੱਖਣਾ ਕਿ ਜਿਹੜੇ ਸੈਂਟਰਲ ਲੈਵਲ 'ਤੇ ਹਾਇਰ ਲੈਵਲ ਦੀਆਂ ਪੋਸਟਾਂ ਹੁੰਦੀਆਂ ਨਾ, ਉੱਚ ਦਰਜੇ ਦੀਆਂ ਪੋਸਟਾਂ, ਉਹਦੇ ਲਈ ਪ੍ਰੀਖਿਆ ਕੰਡਕਟ ਕਰਵਾਉਂਦਾ ਆ ਜੀ UPSC। ਸਰਕਾਰ ਨੂੰ ਬੰਦੇ ਚੁਣ ਕੇ ਦਿੰਦਾ, ਪ੍ਰੀਖਿਆ ਕੰਡਕਟ ਕਰਵਾ ਕੇ। ਇਸ ਹਿਸਾਬ ਨਾਲ ਜੇ ਸਟੇਟ ਦੀ ਗੱਲ ਕਰੀਏ, ਰਾਜ ਪੱਧਰ ਦੀ ਗੱਲ ਕਰੀਏ, ਤਾਂ ਉੱਥੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਹੁੰਦਾ। ਸਟੇਟ ਪਬਲਿਕ ਸਰਵਿਸ ਕਮਿਸ਼ਨ, ਰਾਜ ਲੋਕ ਸੇਵਾ ਕਮਿਸ਼ਨ। ਇਹ ਰਾਜ ਪੱਧਰ 'ਤੇ UPSC ਦੇ ਸਮਾਨ ਕਾਰਜ ਕਰਦਾ ਹੈ। ਠੀਕ ਹੈ ਜੀ। ਸੰਵਿਧਾਨ ਵਿੱਚ ਵੱਖ-ਵੱਖ ਉਪਬੰਧਾਂ ਦੁਆਰਾ, ਪ੍ਰੋਵੀਜ਼ਨਸ ਦੁਆਰਾ ਇਹਨਾਂ ਮਹੱਤਵਪੂਰਨ ਸੰਸਥਾਵਾਂ ਦੀ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ ਹੈ। ਦੇਖੋ ਹੁਣ ਇਹ ਬਹੁਤ ਇੰਪੋਰਟੈਂਟ ਬੋਡੀਆਂ ਹੋ ਗਈਆਂ, ਸੰਸਥਾਵਾਂ ਹੋ ਗਈਆਂ। ਹੁਣ ਇਹਨਾਂ ਉੱਤੇ ਦਬਾਅ ਨਾ ਹੋਵੇ
ਕਿਸੇ ਦਾ, ਸਰਕਾਰ ਦਾ, ਜੁਡੀਸ਼ਰੀ ਦਾ ਦਬਾਅ ਨਾ ਹੋਵੇ ਕਿਸੇ ਦਾ। ਇਸ ਲਈ ਇਹਨਾਂ ਦੀ ਇੰਡੀਪੈਂਡੈਂਸ, ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ ਹੈ। ਦੇਖੋ ਜੀ, ਉਹਦੇ ਵਿੱਚ ਕਿਹੜੇ ਕਿਹੜੇ ਪੁਆਇੰਟ ਸ਼ਾਮਿਲ ਹੁੰਦੇ ਆ। ਕਾਰਜਕਾਲ ਦੀ ਸੁਰੱਖਿਆ ਮਤਲਬ ਸਿਕਿਉਰਿਟੀ ਆਫ ਟੈਨਿਓਰ। ਇੱਕ ਵਾਰੀ ਇਹਨਾਂ ਨੂੰ ਨੌਕਰੀ ਮਿਲ ਗਈ ਤਾਂ ਇਹ ਜਿੰਨੇ ਸਾਲ ਲਈ ਵੀ ਚੁਣੇ ਗਏ ਆ, ਰਿਟਾਇਰਮੈਂਟ ਤੱਕ ਇਹਨਾਂ ਨੂੰ ਇੰਨੀ ਆਸਾਨੀ ਨਾਲ ਨਹੀਂ ਹਟਾਇਆ ਜਾ ਸਕਦਾ, ਇਹਨਾਂ ਦੇ ਮੈਂਬਰਸ ਨੂੰ, ਬੰਦਿਆਂ ਨੂੰ, ਤਾਂ ਕਿ ਉਹ ਇੰਡੀਪੈਂਡੈਂਟ ਰੂਪ ਵਿੱਚ ਕੰਮ ਕਰ ਸਕਣ। ਨਿਸ਼ਚਿਤ ਸੇਵਾ ਸ਼ਰਤਾਂ, ਠੀਕ, ਸੇਵਾ ਸ਼ਰਤਾਂ ਮੀਨ ਫਿਕਸਡ ਸਰਵਿਸ ਕੰਡੀਸ਼ਨਸ, ਮੀਨ ਜਦੋਂ ਇਹ ਆਪਣੀ ਸਰਵਿਸ ਵਿੱਚ ਹੁੰਦੇ ਆ ਉਸ ਵੇਲੇ ਇਹਨਾਂ ਦੇ ਓਪੋਜ਼ਿਟ ਜਾਂ ਇਹਨਾਂ ਦੇ ਵਿਪਰੀਤ ਜਾਂ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਈ ਆਪਾਂ ਬਹੁਤੇ ਸਟੈਪ ਨਹੀਂ ਲੈ ਸਕਦੇ। ਜਿਸ ਤਰ੍ਹਾਂ ਮੰਨ ਲਓ ਇਹਨਾਂ ਦੀ ਜਿੰਨੀ ਤਨਖਾਹ ਆ, ਉਹ ਤਨਖਾਹ ਇਹਨੂੰ ਘਟਾਇਆ ਨਹੀਂ ਜਾ ਸਕਦਾ। ਉਹਨਾਂ ਦੇ ਖਰਚੇ ਭਾਰਤ ਦੇ ਸੰਯੁਕਤ ਫੰਡ ਆਦਿ ਤੋਂ ਵਸੂਲੇ ਜਾਂਦੇ ਹਨ, ਠੀਕ ਹੈ ਨਾ। ਦੇਅਰ ਐਕਸਪੈਂਸਸ ਆਰ ਚਾਰਜਡ ਔਨ ਦਾ ਕੰਸੋਲੀਡੇਟਡ ਫੰਡ ਆਫ ਇੰਡੀਆ। ਦੇਖੋ, ਜੋ ਜਿੰਨਾ ਸਾਡੇ ਸਰਕਾਰ ਦਾ ਰੈਵਨਿਊ ਵਗੈਰਾ, ਮਾਮਲਾ ਵਗੈਰਾ ਆਉਂਦਾ ਆ ਨਾ, ਉਹ ਸਾਰਾ ਜਾਂਦਾ ਆ ਜੀ ਕੰਸੋਲੀਡੇਟਡ ਫੰਡ। ਇਹ ਮੇਨ ਫੰਡ ਹੁੰਦਾ ਸਰਕਾਰ ਦਾ। ਇੱਥੋਂ ਜੇ ਪੈਸਾ ਵਰਤਣਾ ਆ ਨਾ, ਤਾਂ ਦੋ ਤਰ੍ਹਾਂ ਪੈਸਾ ਵਰਤਿਆ ਜਾ ਸਕਦਾ। ਜੇ ਤੁਸੀਂ ਪੈਸਾ ਕੱਢਣਾ ਆ ਸਰਕਾਰ ਨੇ, ਇੱਕ ਹੁੰਦਾ ਜੀ ਚਾਰਜਡ ਔਨ ਦਾ ਕੰਸੋਲੀਡੇਟਡ ਫੰਡ, ਇੱਕ ਹੁੰਦਾ ਜੀ ਮੇਡ ਔਨ ਦਾ ਕੰਸੋਲੀਡੇਟਡ ਫੰਡ। ਤਾਂ ਜਿਹੜਾ ਚਾਰਜਡ ਔਨ ਹੁੰਦਾ ਨਾ, ਉਹ ਵਾਲੇ ਪੈਸੇ ਲਈ ਪਾਰਲੀਮੈਂਟ ਦੀ ਵੋਟ ਦੀ ਜ਼ਰੂਰਤ ਨਹੀਂ ਪੈਂਦੀ। ਇਹਦਾ ਮਤਲਬ ਇਹਨਾਂ ਦੇ ਖਰਚੇ ਲਈ, ਇਹਨਾਂ ਦੀ ਤਨਖਾਹਾਂ ਲਈ ਜੋ ਪੈਸਾ ਆ, ਉਹ ਬਿਨਾਂ ਪਾਰਲੀਮੈਂਟ ਦੀ ਵੋਟ ਤੋਂ ਸਰਕਾਰ ਨਿਸ਼ਚਿਤ ਕਰ ਲੈਂਦੀ ਆ। ਕੋਈ ਬਹੁਤੀ ਕੰਡੀਸ਼ਨਾਂ ਨਹੀਂ ਲੱਗਦੀਆਂ, ਠੀਕ ਹੈ ਜੀ। ਅੱਗੇ ਹੈ ਜੀ ਐਮਰਜੈਂਸੀ ਪ੍ਰਬੰਧ, ਐਮਰਜੈਂਸੀ ਪ੍ਰੋਵੀਜ਼ਨਸ। ਜਦੋਂ ਕੋਈ ਅਸਾਧਾਰਨ ਕੰਡੀਸ਼ਨ ਆ ਜਾਏ, ਉਸ ਨਾਲ ਨਿਪਟਣ ਲਈ ਸਰਕਾਰ ਕੀ ਆ, ਆਪਣੇ ਕੋਲ ਐਮਰਜੈਂਸੀ ਸ਼ਕਤੀਆਂ ਰੱਖ ਲੈਂਦੀ ਹੈ। ਬੇਸਿਕਲੀ ਰੱਖਦਾ ਜੀ ਪ੍ਰੈਜ਼ੀਡੈਂਟ, ਨਾਮ ਚੱਲਦਾ ਪ੍ਰੈਜ਼ੀਡੈਂਟ ਦਾ, ਪਰ ਕਰਾਉਂਦਾ ਕੌਣ? ਜਿਹੜੀ ਉਸ ਵੇਲੇ ਦੀ ਸਰਕਾਰ ਹੁੰਦੀ ਆ। ਭਾਰਤੀ ਸੰਵਿਧਾਨ ਵਿਸਤ੍ਰਿਤ ਐਮਰਜੈਂਸੀ ਵਿਵਸਥਾਵਾਂ ਪ੍ਰਦਾਨ ਕਰਦਾ ਹੈ, ਡਿਟੇਲਡ ਐਮਰਜੈਂਸੀ ਪ੍ਰੋਵੀਜ਼ਨਸ, ਤਾਂ ਜੋ ਰਾਸ਼ਟਰਪਤੀ ਅਸਾਧਾਰਨ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਣ, ਠੀਕ ਆ। ਜੇ ਕੋਈ ਅਸਾਧਾਰਨ ਸਥਿਤੀ ਆ ਗਈ, ਐਕਸਟਰਾ ਆਰਡੀਨਰੀ ਸਿਚੁਏਸ਼ਨ ਆ ਗਈ, ਤਾਂ ਉਹਨਾਂ ਇਫੈਕਟਿਵਲੀ ਡੀਲ ਕਰਨ ਲਈ ਰਾਸ਼ਟਰਪਤੀ ਕੀ ਕਰਦਾ? ਐਮਰਜੈਂਸੀ ਲਗਾ ਕੇ, ਠੀਕ ਹੈ, ਜਿਹੜੀਆਂ ਕਾਫੀ ਸ਼ਕਤੀਆਂ ਸੈਂਟਰ ਨੂੰ ਦੇ ਦਿੰਦਾ ਵੀ ਨਿਪਟੋ, ਅਸਾਧਾਰਨ ਸਥਿਤੀ ਨਾਲ ਨਿਪਟੋ। ਸੰਵਿਧਾਨ 3 ਤਰ੍ਹਾਂ ਦੀਆਂ ਐਮਰਜੈਂਸੀ ਪ੍ਰੋਵਾਈਡ ਕਰਦਾ ਜੀ, ਪ੍ਰਦਾਨ ਕਰਦਾ ਹੈ। ਇਹ 3 ਐਮਰਜੈਂਸੀਆਂ ਕਿਹੜੀਆਂ ਜੀ? ਇੱਕ ਹੁੰਦੀ ਜੀ ਨੈਸ਼ਨਲ ਲੈਵਲ ਦੀ ਐਮਰਜੈਂਸੀ, ਜਿਹਨੂੰ ਕਹਿੰਦੇ ਰਾਸ਼ਟਰੀ ਐਮਰਜੈਂਸੀ। ਇਹ ਅੰਡਰ ਆਰਟੀਕਲ 352 ਦੇ ਤਹਿਤ ਲੱਗਦੀ ਹੈ। 352 ਵਿੱਚ 4 ਹੋਰ ਜੋੜ ਦਿਓ, ਆਰਟੀਕਲ 356, ਉਹਦੇ ਤਹਿਤ ਸਟੇਟ ਲੈਵਲ 'ਤੇ ਐਮਰਜੈਂਸੀ ਲੱਗਦੀ ਆ, ਜਾਂ ਕਿਸੇ ਪ੍ਰਾਂਤ ਵਿੱਚ ਆਪਾਂ ਕਹਿ ਲਈਏ ਰਾਸ਼ਟਰਪਤੀ ਰਾਜ ਲੱਗ ਜਾਂਦਾ, ਠੀਕ ਹੈ ਜੀ। 356 'ਚ 4 ਹੋਰ ਜੋੜ ਦਿਓ, ਆਰਟੀਕਲ 360, ਆਰਟੀਕਲ 360 ਦੇ ਅੰਤਰਗਤ ਲੱਗਦੀ ਹੈ ਜੀ ਵਿੱਤੀ ਐਮਰਜੈਂਸੀ। ਵਿੱਤੀ ਮਤਲਬ ਫਾਈਨੈਂਸ਼ੀਅਲ। ਇਹ ਯਾਦ ਕਰਨ ਦਾ ਤਰੀਕਾ ਸੀ ਜੀ, 352 ਜਮ੍ਹਾਂ 4 356, 356 ਜਮ੍ਹਾਂ 4 360। ਪੜ੍ਹ ਲੈਂਦੇ ਹਾਂ ਜੀ ਅਸੀਂ। ਪਹਿਲੀ ਹੈ ਜੀ ਰਾਸ਼ਟਰੀ ਐਮਰਜੈਂਸੀ। ਇਸ ਦੀ ਘੋਸ਼ਣਾ ਦਾ ਆਧਾਰ ਕੀ ਆ? ਇੱਕ ਹੈ ਜੀ ਜੰਗ, ਸਾਡੀ ਕਿਸੇ ਨਾਲ ਜੰਗ ਲੱਗੀ ਹੋਵੇ ਤਾਂ ਇਹ ਐਮਰਜੈਂਸੀ ਘੋਸ਼ਿਤ ਕੀਤੀ ਜਾ ਸਕਦੀ ਆ। ਜਾਂ ਬਾਹਰੀ ਹਮਲਾ, ਐਕਸਟਰਨਲ ਅਟੈਕ, ਐਗਰੈਸ਼ਨ, ਐਕਸਟਰਨਲ ਐਗਰੈਸ਼ਨ, ਵੀ ਕਿਸੇ ਨੇ ਬਾਹਰੋਂ ਸਾਡੇ ਉੱਤੇ ਹਮਲਾ ਕਰਤਾ। ਜਾਂ ਦੇਸ਼ ਦੇ ਅੰਦਰੋਂ ਹੀ ਹਥਿਆਰਬੰਦ ਬਗਾਵਤ ਹੋ ਗਈ, ਦੇਸ਼ ਦੇ ਅੰਦਰੋਂ ਹੀ ਆਰਮਡ ਰਿਵਿਲੀਅਨ ਹੋ ਗਿਆ, ਹਥਿਆਰਬੰਦ ਬਗਾਵਤ ਹੋ ਗਈ, ਕਿਸੇ ਗਰੁੱਪ ਨੇ ਬਗਾਵਤ ਕਰਤੀ, ਕਿਸ ਤਰ੍ਹਾਂ ਉਹਨਾਂ ਕੋਲ ਹਥਿਆਰ ਵੀ ਆ। ਤਾਂ ਇਹ 3 ਗਰਾਊਂਡਸ 'ਤੇ, ਇਹ 3 ਆਧਾਰਾਂ 'ਤੇ ਰਾਸ਼ਟਰੀ ਐਮਰਜੈਂਸੀ ਲਗਾਈ ਜਾ ਸਕਦੀ ਆ, ਠੀਕ, ਅੰਡਰ ਆਰਟੀਕਲ 352, ਠੀਕ ਹੈ ਜੀ। ਅੱਗੇ ਦੇਖੋ ਜੀ, ਰਾਜ ਦੀ ਐਮਰਜੈਂਸੀ, ਸਟੇਟ ਲੈਵਲ 'ਤੇ ਐਮਰਜੈਂਸੀ, ਸਟੇਟ ਐਮਰਜੈਂਸੀ ਜਾਂ ਰਾਸ਼ਟਰਪਤੀ ਰਾਜ। ਇਸ ਦੀ ਘੋਸ਼ਣਾ ਦਾ ਕੀ ਆਧਾਰ ਆ ਜੀ? ਰਾਜਾਂ ਵਿੱਚ ਸੰਵਿਧਾਨਿਕ ਮਸ਼ੀਨਰੀ ਦੀ ਅਸਫਲਤਾ, ਮੀਨ ਜਿਹੜੀ ਕੌਨਸਟੀਟਿਊਸ਼ਨਲ ਮਸ਼ੀਨਰੀ ਆ ਸਟੇਟ ਵਿੱਚ ਆਪਰੇਟ ਕਰਦੀ ਪਈ, ਉਹ ਢੰਗ ਨਾਲ ਆਪਰੇਟ ਨਹੀਂ ਕਰ ਰਹੀ, ਠੀਕ, ਕੌਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋ ਗਈ। ਸੰਵਿਧਾਨ ਨੇ ਕੁਝ ਵਿਵਸਥਾਵਾਂ ਕੀਤੀਆਂ ਨਾ, ਤਾਂ ਜੇ ਉਹ ਵਿਵਸਥਾਵਾਂ ਫੇਲ ਹੋ ਗਈਆਂ, ਸਟੇਟ ਵਿੱਚ ਜਿਹੜੀ ਪਾਵਰਫੁਲ ਲੌਬੀ ਆ ਉਹ ਆਪਣੇ ਹੱਥ ਵਿੱਚ ਲੈ ਲੇ ਸਰਕਾਰ, ਕੁਛ ਇਸ ਤਰ੍ਹਾਂ ਹੋ ਜਾਏ, ਤਾਂ ਸੈਂਟਰ ਕੀ ਕਰਦੀ ਆ, ਉੱਥੇ ਸਟੇਟ ਲੈਵਲ 'ਤੇ ਐਮਰਜੈਂਸੀ ਲਾ ਸਕਦੀ ਆ। ਜਾਂ
ਸੈਂਟਰ ਨੇ ਸਟੇਟ ਨੂੰ ਕੁਝ ਨਿਰਦੇਸ਼ ਦਿੱਤੇ, ਡਾਇਰੈਕਸ਼ਨ ਦਿੱਤੀਆਂ, ਪਰ ਸਟੇਟ ਨੇ ਫੋਲੋ ਨਹੀਂ ਕੀਤੀਆਂ, ਮੰਨੀਆਂ ਨਹੀਂ। ਇਹ ਵਾਲੀ ਗੱਲ ਕਿਸ ਆਰਟੀਕਲ ਤਹਿਤ ਆ ਜੀ? ਆਰਟੀਕਲ 365। ਆਰਟੀਕਲ 365 ਆ ਵੀ ਯਾਦ ਕਰਨ ਦਾ ਤਰੀਕਾ ਦੇਖ ਲਓ। 356 ਹੋ ਗਈ, ਕੌਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋ ਗਈ, ਤਾਂ 6 ਤੇ 5 ਨੂੰ ਉਲਟਾ ਦਿਓ, 5 ਦੀ ਥਾਂ 6 ਕਰ ਦਿਓ, 6 ਦੀ ਥਾਂ 5 ਕਰ ਦਿਓ, 365 ਆ ਗਿਆ। ਮੀਨ ਸਟੇਟ ਨੇ ਸੈਂਟਰ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਪਾਲਣ ਨਹੀਂ ਕੀਤਾ। ਠੀਕ। ਫੇਲੀਅਰ ਆਫ ਕੌਨਸਟੀਟਿਊਸ਼ਨਲ ਮਸ਼ੀਨਰੀ ਇਨ ਦਾ ਸਟੇਟਸ, ਆਰਟੀਕਲ 356। ਤੇ ਦੂਸਰੀ ਫੇਲੀਅਰ ਟੂ ਕੰਪਲਾਈ ਵਿਦ ਦਾ ਡਾਇਰੈਕਸ਼ਨਸ ਆਫ ਦਾ ਸੈਂਟਰ, ਆਰਟੀਕਲ 365। ਇਸ ਤਰ੍ਹਾਂ ਹੋ ਜਾਏ ਤਾਂ ਸਟੇਟ ਵਿੱਚ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ ਆ। ਇਹ ਸਭ ਅਸੀਂ ਡਿਟੇਲ ਵਿੱਚ ਅੱਗੇ ਜਾ ਕੇ ਪੜ੍ਹਾਂਗੇ, ਤੁਸੀਂ ਟੈਨਸ਼ਨ ਨਾ ਲਓ, ਹੁਣ ਬਸ ਅਸੀਂ ਉੱਤੋਂ ਦੇਖ ਰਹੇ ਹਾਂ। ਅੱਗੇ ਆ ਜੀ ਵਿੱਤੀ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ। ਇਸ ਦਾ ਆਧਾਰ ਕੀ ਆ? ਭਾਰਤ ਦੀ ਵਿੱਤੀ ਸਥਿਰਤਾ, ਫਾਈਨੈਂਸ਼ੀਅਲ ਸਟੇਬਿਲਿਟੀ ਜਾਂ ਕ੍ਰੈਡਿਟ ਲਈ ਖਤਰਾ, ਮੀਨ ਥ੍ਰੈਟ ਟੂ ਦਾ ਫਾਈਨੈਂਸ਼ੀਅਲ ਸਟੇਬਿਲਿਟੀ ਔਰ ਕ੍ਰੈਡਿਟ ਆਫ ਇੰਡੀਆ ਅੰਡਰ ਆਰਟੀਕਲ 360। ਮੀਨ ਸਾਡੇ ਕੋਲ ਬਹੁਤਾ ਫਾਈਨੈਂਸ ਨਹੀਂ ਹੈਗਾ, ਅਸੀਂ ਲੋਨ ਵਗੈਰਾ ਵੀ ਨਹੀਂ ਲੈ ਪਾ ਰਹੇ, ਸਾਡੇ ਕ੍ਰੈਡਿਟ ਨੂੰ ਵੀ ਖਤਰਾ, ਮੀਨ ਫਾਈਨੈਂਸ ਨੂੰ ਖਤਰਾ, ਸਭ ਤਾਣਾ ਬਾਣਾ ਫਾਈਨੈਂਸ਼ੀਅਲ ਸਹੀ ਢੰਗ ਨਾਲ ਨਹੀਂ ਚੱਲ ਰਿਹਾ, ਫਿਰ ਅਸੀਂ ਫਾਈਨੈਂਸ਼ੀਅਲ ਸਟੇਬਿਲਿਟੀ ਕੋਸ਼ਿਸ਼ ਕਰ ਸਕਦੇ ਹਾਂ। ਹੁਣ ਕੀ ਹੁੰਦਾ ਜੀ ਜਦੋਂ ਇੱਕ ਵਾਰੀ ਐਮਰਜੈਂਸੀ ਲੱਗ ਗਈ? ਜਦੋਂ ਨੈਸ਼ਨਲ ਐਮਰਜੈਂਸੀ ਲੱਗਦੀ ਆ ਨਾ, ਤਾਂ ਕੇਂਦਰ ਸਰਕਾਰ ਆਲ ਪਾਵਰਫੁਲ ਹੋ ਜਾਂਦੀ ਆ, ਮਤਲਬ ਇਹਦੇ ਕੋਲ ਸਾਰੀ ਤਾਕਤਾਂ ਆ ਜਾਂਦੀਆਂ, ਅਤੇ ਜਿਹੜੇ ਰਾਜ ਹੁੰਦੇ ਆ, ਸਟੇਟ ਹੁੰਦੇ ਆ, ਉਹ ਕੇਂਦਰ ਦੇ ਪੂਰੇ ਨਿਯੰਤਰਣ ਅਧੀਨ ਹੋ ਜਾਂਦੇ ਆ। ਤਾਂ ਸਟੇਟਸ ਬਿਕਮ ਅੰਡਰ ਦਾ ਕੰਪਲੀਟ ਕੰਟਰੋਲ ਆਫ ਦਾ ਸੈਂਟਰ, ਸੈਂਟਰ ਦੇ ਪੂਰੇ ਅਧੀਨ ਹੋ ਜਾਂਦੇ ਆ, ਨਿਯੰਤਰਣ ਵਿੱਚ ਹੋ ਜਾਂਦੇ ਆ। ਸੰਵਿਧਾਨ ਦੀ ਰਸਮੀ ਸੋਧ ਤੋਂ ਬਿਨਾਂ ਸੰਘੀ ਢਾਂਚਾ ਇੱਕ ਏਕਤਾ ਵਿੱਚ ਬਦਲ ਜਾਂਦਾ ਹੈ, ਵਿਦਆਊਟ ਐਨੀ ਕੌਨਸਟੀਟਿਊਸ਼ਨਲ ਅਮੈਂਡਮੈਂਟ। ਦੇਖੋ ਆਪਾਂ ਸਾਡੇ ਸੰਵਿਧਾਨ ਦਾ ਤਾਣਾ ਬਾਣਾ ਕੀ ਆ? ਦੇਖਿਆ ਜਾਵੇ ਤਾਂ ਸੰਘੀ ਆ, ਫੈਡਰਲ ਆ, ਮੀਨ ਸੈਂਟਰ ਅਤੇ ਸਟੇਟ ਵਿੱਚ ਪਾਵਰ ਡਿਵਾਈਡਡ ਆ। ਕਈ ਮੁੱਦੇ ਹੈਗੇ ਆ, ਕਈ ਜਗ੍ਹਾ ਕਈ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਜਿਹੜਾ ਸਟੇਟ ਆ ਆਪਣੇ ਹਿਸਾਬ ਨਾਲ ਚੱਲਦਾ ਆ, ਉਹਨੂੰ ਆਪਣੇ ਅਧਿਕਾਰ ਹੈਗੇ ਆ, ਪਰ ਜਦੋਂ ਐਮਰਜੈਂਸੀ ਲੱਗ ਗਈ ਤਾਂ ਜਿਹੜੇ ਸਟੇਟ ਆ ਸਿੱਧਾ ਸੈਂਟਰ ਦੇ ਅਧੀਨ ਆ ਜਾਂਦੇ ਆ, ਮਤਲਬ ਕੇਂਦਰ ਸਰਕਾਰ ਬਹੁਤ ਪਾਵਰਫੁਲ ਹੋ ਜਾਂਦੀ ਆ। ਤਾਂ ਇਹ ਸਭ ਹੋ ਜਾਂਦਾ ਬਿਨਾਂ ਕਿਸੇ ਸੰਵਿਧਾਨਿਕ ਸੰਸ਼ੋਧਨ ਤੋਂ। ਠੀਕ ਹੈ ਜੀ। 3 ਪੱਧਰੀ ਸਰਕਾਰ, 3 ਲੈਵਲ ਆਫ ਗਵਰਨਮੈਂਟ। ਹੁਣ ਤੁਹਾਨੂੰ ਪਤਾ ਕਿ ਇੱਕ ਇਲੈਕਸ਼ਨ ਹੁੰਦੇ ਜੀ MP ਦੇ, ਉਹਨਾਂ ਸੈਂਟਰ ਲੈਵਲ 'ਤੇ ਸਰਕਾਰ ਬਣਦੀ ਆ, ਪ੍ਰਧਾਨ ਮੰਤਰੀ ਵਗੈਰਾ ਬਣਦੇ ਆ, ਮਿਨਿਸਟਰ ਬਣਦੇ ਆ। ਇੱਕ ਹੁੰਦੇ ਜੀ ਸਟੇਟ ਲੈਵਲ 'ਤੇ ਇਲੈਕਸ਼ਨ, ਸਟੇਟ ਲੈਵਲ 'ਤੇ ਸਰਕਾਰ ਬਣਦੀ ਆ, ਉਹਦੇ ਨਾਲ ਤੁਸੀਂ MLA ਵਗੈਰਾ ਚੁਣਦੇ ਆ, ਉਹਨੂੰ ਕਹਿੰਦੇ ਜੀ ਮੁੱਖ ਮੰਤਰੀ ਅਤੇ ਉਹਦੇ ਮਿਨਿਸਟਰ। ਤੀਜੀ ਬਾਅਦ ਵਿੱਚ ਬਣੀ ਸੀ ਜੀ ਲੈਵਲ, ਉਹ ਸੀ ਜੀ ਪੰਚਾਇਤ ਲੈਵਲ 'ਤੇ, ਪਿੰਡਾਂ ਵਿੱਚ ਪੰਚਾਇਤਾਂ ਅਤੇ ਸ਼ਹਿਰਾਂ ਵਿੱਚ ਮਿਊਨਸੀਪੈਲਿਟੀਆਂ। ਤਾਂ 3 ਪੱਧਰ 'ਤੇ ਸਰਕਾਰ ਮੰਨੀ ਜਾਂਦੀ ਆ ਸਾਡੇ ਦੇਸ਼ ਵਿੱਚ। ਮੂਲ ਰੂਪ ਵਿੱਚ ਸ਼ੁਰੂਆਤ ਵਿੱਚ ਕੀ ਸੀਗੇ? ਹੋਰ ਸੰਘੀ ਸੰਵਿਧਾਨਾਂ ਵਾਂਗ ਸਾਡੇ ਭਾਰਤੀ ਸੰਵਿਧਾਨ ਨੇ ਵੀ ਕੇਂਦਰ ਅਤੇ ਰਾਜ ਪੱਧਰ 'ਤੇ ਦੋਹਰੀ ਰਾਜਨੀਤਿਕ ਸਰਕਾਰ ਦੀ ਵਿਵਸਥਾ ਕੀਤੀ ਸੀ। ਦੋਹਰੀ ਰਾਜਨੀਤਿਕ ਮਤਲਬ 2 ਪੋਲੀਟੀਕਲ ਗਵਰਨਮੈਂਟ, ਇੱਕ ਸੈਂਟਰ 'ਤੇ ਅਤੇ ਇੱਕ ਸਟੇਟ 'ਤੇ। ਠੀਕ ਹੈ ਜੀ। ਜਿਸ ਤਰ੍ਹਾਂ ਪੰਜਾਬ ਦੀ ਇੱਕ ਗਵਰਨਮੈਂਟ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਮੁੱਖ ਮੰਤਰੀ ਆ, ਸੈਂਟਰ 'ਤੇ NDA ਦੀ ਸਰਕਾਰ ਆ, ਉੱਥੇ ਪ੍ਰਧਾਨ ਮੰਤਰੀ ਹੁੰਦਾ ਜੀ, ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆ। ਉਸ ਹਿਸਾਬ ਨਾਲ 2 ਸਰਕਾਰਾਂ ਹੋ ਗਈਆਂ। ਬਾਅਦ ਵਿੱਚ 1992 ਵਿੱਚ ਆਜ਼ਾਦ ਕਰਨਾ ਕਦੋਂ? 1992 ਵਿੱਚ ਸੰਵਿਧਾਨ ਦੀ 73ਵੀਂ ਅਤੇ 74ਵੀਂ ਸ਼ੋਧ ਦੁਆਰਾ, ਮੀਨ ਸੰਵਿਧਾਨ ਵਿੱਚ ਸ਼ੋਧ ਕਰਕੇ ਸਥਾਨਕ ਪੱਧਰ 'ਤੇ ਲੋਕਲ ਲੈਵਲ 'ਤੇ ਸਰਕਾਰ ਦਾ ਇੱਕ ਤੀਜਾ ਦਰਜਾ ਵੀ ਜੋੜਿਆ ਗਿਆ ਹੈ। ਫਿਰ 3rd ਲੈਵਲ 'ਤੇ ਵੀ ਕੀ ਆ? ਸਰਕਾਰ ਐਡ ਕਰਤੀ, ਪੰਚਾਇਤ ਅਤੇ ਮਿਊਨਸੀਪੈਲਿਟੀਆਂ। 73ਵੀਂ ਸੰਸ਼ੋਧਨ ਦੁਆਰਾ ਪੰਚਾਇਤਾਂ ਬਣਾਈਆਂ, 74ਵੀਂ ਸੰਸ਼ੋਧਨ ਦੁਆਰਾ ਕੀ ਆ? ਮਿਊਨਸੀਪੈਲਿਟੀਆਂ ਬਣਾਈਆਂ। ਹੁਣ ਕੀ ਆ? ਲੋਕਲ ਗਵਰਨੈਂਸ ਨੂੰ ਸੰਵਿਧਾਨਿਕ ਦਰਜਾ ਦੇ ਦਿੱਤਾ, ਕੌਨਸਟੀਟਿਊਸ਼ਨਲ ਸਟੇਟਸ ਦੇ ਦਿੱਤਾ ਲੋਕਲ ਲੈਵਲ ਦੀ ਸਰਕਾਰ ਨੂੰ। ਠੀਕ ਹੈ ਜੀ। ਇਹ ਸਾਡੇ ਸੰਵਿਧਾਨ ਵਿੱਚ ਵਿਸ਼ੇਸ਼ ਵਿਵਸਥਾ ਹੈ, ਸਪੈਸ਼ਲ ਅਰੇਂਜਮੈਂਟ ਹੈ ਸਾਡੇ ਸੰਵਿਧਾਨ ਵਿੱਚ। ਕਿਉਂ? ਤੁਸੀਂ ਦੇਖੋ ਨਾ, ਇਹ ਅਮਰੀਕਾ 'ਚ ਦੇਖ ਲਓ, ਬ੍ਰਿਟੇਨ 'ਚ ਦੇਖ ਲਓ, ਹੋਰ ਦੇਸ਼ਾਂ ਵਿੱਚ ਪੰਚਾਇਤਾਂ ਦੀ ਸੰਵਿਧਾਨਿਕ ਵਿਵਸਥਾ ਨਹੀਂ ਹੈਗੀ, ਉੱਥੇ ਪੰਚਾਇਤਾਂ ਵਗੈਰਾ ਨਹੀਂ ਹੁੰਦੀਆਂ ਬਹੁਤੀਆਂ, ਅਤੇ ਦੁਨੀਆ ਦੇ ਹੋਰ ਸੰਵਿਧਾਨਾਂ ਵਿੱਚ ਇਹ ਵਿਵਸਥਾ ਨਹੀਂ ਮਿਲਦੀ। ਸੰਵਿਧਾਨ ਵਿੱਚ ਹੀ ਤੁਸੀਂ 3rd ਲੈਵਲ, 3rd ਟਾਇਰ ਦੀ ਤੀਜੇ ਦਰਜੇ 'ਤੇ ਸਰਕਾਰ ਦਾ ਪ੍ਰਬੰਧ ਕੀਤਾ ਆ, ਪੰਚਾਇਤ ਅਤੇ ਮਿਊਨਸੀਪੈਲਿਟੀਆਂ ਦਾ। ਹੋਰ ਸੰਵਿਧਾਨਾਵਾਂ ਵਿੱਚ ਇਹ ਗੱਲਾਂ ਨਹੀਂ ਆ। ਪੇਂਡੂ ਖੇਤਰਾਂ ਵਿੱਚ ਜੇ ਰੂਰਲ ਲੈਵਲ ਦੀ ਗੱਲ ਕਰੀਏ, ਪੰਚਾਇਤਾਂ ਨੂੰ ਸੰਵਿਧਾਨਕ ਮਾਨਤਾ 1992 ਦੇ 73ਵੇਂ ਸ਼ੋਧ ਐਕਟ ਦੁਆਰਾ ਦਿੱਤੀ ਗਈ ਸੀ। ਕਿਹੜੇ? 73rd, ਯਾਦ ਰੱਖ ਲਿਓ।
ਅਤੇ ਇਸ ਦੇ ਲਈ ਸਾਡੇ ਸੰਵਿਧਾਨ ਵਿੱਚ ਇੱਕ ਨਵਾਂ ਭਾਗ, ਇੱਕ ਨਿਊ ਪਾਰਟ, ਕਿਹੜਾ ਪਾਰਟ? ਭਾਗ 9, ਪਾਰਟ 9 ਅਤੇ ਇੱਕ ਨਵੀਂ ਅਨੁਸੂਚੀ, ਅਨੁਸੂਚੀ ਮਤਲਬ ਸ਼ਡਿਊਲ, ਕਿਹੜਾ ਸ਼ਡਿਊਲ? 11, ਅਨੁਸੂਚੀ 11 ਜੋੜਿਆ ਗਿਆ, ਐਡ ਕੀਤੀ ਗਈ। ਇੰਪੋਰਟੈਂਟ ਆ ਪੁਆਇੰਟ। 73ਵੇਂ ਸੰਸ਼ੋਧਨ ਦੁਆਰਾ ਪੰਚਾਇਤਾਂ ਨੂੰ ਸੰਵਿਧਾਨਿਕ ਮਾਨਤਾ ਦਿੱਤੀ ਗਈ, ਕਦੋਂ? 1992 ਵਿੱਚ। ਅਤੇ ਸਾਡੇ ਸੰਵਿਧਾਨ ਵਿੱਚ ਇੱਕ ਪੂਰਾ ਭਾਗ ਜੋੜਿਆ ਗਿਆ, ਪਾਰਟ 9, ਭਾਗ 9 ਅਤੇ ਇੱਕ ਨਵੀਂ ਅਨੁਸੂਚੀ, ਨਿਊ ਸ਼ਡਿਊਲ, ਅਨੁਸੂਚੀ 11 ਜੋੜੀ ਗਈ। ਇਸ ਹਿਸਾਬ ਨਾਲ ਜੇ ਮਿਊਨਸੀਪੈਲਿਟੀ ਦੀ ਗੱਲ ਕਰੀਏ ਤੇ 74ਵੇਂ ਅਮੈਂਡਮੈਂਟ ਐਕਟ ਦੁਆਰਾ, ਸ਼ੋਧ ਐਕਟ ਦੁਆਰਾ ਮਿਊਨਸੀਪੈਲਿਟੀਆਂ ਨੂੰ ਸੰਵਿਧਾਨਿਕ ਮਾਨਤਾ ਦਿੱਤੀ ਗਈ। ਤਾਂ ਸਾਡੇ ਸੰਵਿਧਾਨ ਵਿੱਚ ਇੱਕ ਨਵਾਂ ਭਾਗ 9 ਜੋੜਿਆ ਗਿਆ, 9A, 9 ਜੋੜਿਆ ਗਿਆ ਪੰਚਾਇਤਾਂ ਲਈ, 9A ਜੋੜਿਆ ਗਿਆ ਮਿਊਨਸੀਪੈਲਿਟੀਆਂ ਲਈ, ਸ਼ਹਿਰੀ ਖੇਤਰਾਂ ਵਿੱਚ, ਹੈ ਨਾ, ਸ਼ਹਿਰੀ ਖੇਤਰਾਂ ਲਈ। ਇੱਕ ਨਵੀਂ ਅਨੁਸੂਚੀ 12 ਜੋੜੀ ਗਈ, ਕਿਹੜੀ ਅਨੁਸੂਚੀ? 12, ਕਿਹਦੇ ਲਈ? ਮਿਊਨਸੀਪੈਲਿਟੀਆਂ ਲਈ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿੱਚ 1992 ਦੇ 74ਵੇਂ ਸ਼ੋਧ ਐਕਟ ਦੁਆਰਾ ਸ਼ਹਿਰੀ ਸਥਾਨਕ ਸਰਕਾਰਾਂ ਨੂੰ, ਅਰਬਨ ਲੋਕਲ ਬੋਡੀਜ਼, ਅਰਬਨ ਲੋਕਲ ਗਵਰਨਮੈਂਟ ਨੂੰ ਸੰਵਿਧਾਨਿਕ ਮਾਨਤਾ ਦਿੱਤੀ ਗਈ ਹੈ ਅਤੇ ਇਸ ਲਈ ਸਾਡੇ ਸੰਵਿਧਾਨ ਵਿੱਚ ਇੱਕ ਨਵਾਂ ਭਾਗ ਅਰਥਾਤ ਭਾਗ 9A ਅਤੇ ਇੱਕ ਨਵੀਂ ਅਨੁਸੂਚੀ, ਅਨੁਸੂਚੀ 12 ਜੋੜੀ ਗਈ ਹੈ। ਇਹ ਗੱਲ ਹੋ ਗਈ। ਅੱਗੇ ਗੱਲ ਹੈ ਜੀ ਸੰਵਿਧਾਨ ਦੀਆਂ ਅਨੁਸੂਚੀਆਂ। ਅਸੀਂ ਗੱਲ ਕੀਤੀ ਸੀ ਕਿ ਸੰਵਿਧਾਨ ਨੂੰ ਕੁਝ ਭਾਗਾਂ ਵਿੱਚ ਵੰਡਿਆ ਹੁੰਦਾ, ਉਹਨੂੰ ਕਹਿੰਦੇ ਪਾਰਟ। ਉਹ ਪਾਰਟ ਦੇ ਅੱਗੇ ਕੀ ਆ? ਕਈ ਪ੍ਰਕਾਰ ਦੇ ਆਰਟੀਕਲ ਹੁੰਦੇ ਆ, ਠੀਕ ਹੈ ਜੀ। ਪਰ ਜਦੋਂ ਤੁਸੀਂ ਕੁਛ ਇੰਪੋਰਟੈਂਟ ਟੌਪਿਕ ਪੂਰੇ ਦਾ ਪੂਰਾ ਐਡ ਕਰਦੇ ਹਾਂ ਸੰਵਿਧਾਨ ਵਿੱਚ, ਤਾਂ ਅਸੀਂ ਉਹਨੂੰ ਅਨੁਸੂਚੀ ਵਿੱਚ ਐਡ ਕਰ ਲੈਂਦੇ ਹਾਂ। ਹਾਂ ਬਈ, ਆਹ ਵਾਲੀ ਅਨੁਸੂਚੀ, ਆਹ ਵਾਲਾ ਸ਼ਡਿਊਲ ਪੰਚਾਇਤਾਂ ਨੂੰ ਡੀਲ ਕਰਦਾ ਆ, ਨਵਾਂ ਐਡ ਕਰਤਾ, ਨਵਾਂ ਜੋੜਤਾ। ਇਸ ਹਿਸਾਬ ਨਾਲ ਸੰਵਿਧਾਨ ਵਿੱਚ ਕਈ ਅਨੁਸੂਚੀਆਂ ਦਰਜ ਆ ਜੋ ਕਿ ਇੱਕ ਵਿਸ਼ੇਸ਼ ਟੌਪਿਕ ਨੂੰ ਹੀ ਡੀਲ ਕਰਦੀਆਂ। ਉਹ ਅਨੁਸੂਚੀਆਂ ਇਸ ਵੇਲੇ ਹੈ ਜੀ ਟੋਟਲ 12। ਇਹ 12 ਦੀਆਂ 12 ਕਿਹਨਾਂ ਡੀਲ ਕਰਦੀਆਂ, ਕਿਹਨਾਂ ਸੰਬੰਧਿਤ ਆ, ਇਹ ਬਹੁਤ ਇੰਪੋਰਟੈਂਟ ਟੌਪਿਕ ਆ। ਇਹਨੂੰ ਤੁਸੀਂ ਯਾਦ ਕਰ ਲੈਣਾ, ਪੇਪਰ ਵਿੱਚ ਇੱਥੋਂ ਪ੍ਰਸ਼ਨ ਆ ਜਾਂਦੇ ਆ। ਪਹਿਲੀ ਅਨੁਸੂਚੀ ਕਿਹਨਾਂ ਡੀਲ ਕਰਦੀ ਜੀ? ਰਾਜਾਂ ਦੇ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼, ਯੂਨੀਅਨ ਟੈਰੀਟਰੀ, ਇਹਨਾਂ ਦੇ ਨਾਮ ਕੀ ਆ ਅਤੇ ਉਹਨਾਂ ਦਾ ਖੇਤਰ ਕਿੰਨਾ ਆ। ਰਾਜਾਂ ਦੇ ਨਾਮ ਅਤੇ ਉਹਨਾਂ ਦੇ ਖੇਤਰੀ ਅਧਿਕਾਰ ਖੇਤਰ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਅਤੇ ਉਹਨਾਂ ਦੀ ਹੱਦ, ਇਹ ਸਭ ਅਨੁਸੂਚੀ ਪਹਿਲੀ ਵਿੱਚ ਆਉਂਦੀ ਹੈ ਜੀ ਗੱਲਾਂ। ਦੂਸਰੀ ਅਨੁਸੂਚੀ ਦੇਖ ਲਈਏ, ਇਹਦੇ ਵਿੱਚ ਕੀ ਹੈ ਜੀ? ਕਿੰਨੀ ਸੈਲਰੀ ਹੋਊਗੀ, ਕਿੰਨੇ ਅਲਾਇੰਸਸ ਮਤਲਬ ਭੱਤੇ ਮਿਲੂਗੇ, ਹੋਰ ਵਿਸ਼ੇਸ਼ ਅਧਿਕਾਰ ਕੀ ਆ, ਅਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ। ਕਿਹਨਾਂ ਦੀਆਂ? ਆਹ ਆਫਿਸਸ ਦੀਆਂ। ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੋਊਗੀ, ਭੱਤੇ ਕਿੰਨੇ ਹੋਊਗੇ, ਉਹਦੇ ਵਿਸ਼ੇਸ਼ ਅਧਿਕਾਰ ਕਿੰਨੇ ਹੋਊਗੇ, ਕਿਹੜੇ ਹੋਊਗੇ, ਇਹ ਸਾਰੀਆਂ ਗੱਲਾਂ ਦੂਜੀ ਅਨੁਸੂਚੀ ਵਿੱਚ ਆ। ਉੱਤੋਂ ਅਸੀਂ ਪੜ੍ਹ ਲੈਂਦੇ ਜੀ। ਕਿਹਦੇ ਲਈ? ਭਾਰਤ ਦੇ ਰਾਸ਼ਟਰਪਤੀ ਲਈ, ਰਾਜਾਂ ਦੇ ਰਾਜਪਾਲ ਲਈ ਮਤਲਬ ਗਵਰਨਰ ਆਫ ਸਟੇਟ, ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਰਾਜ ਸਭਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ, ਰਾਜਾਂ ਵਿੱਚ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਸਟੇਟ ਲੈਵਲ 'ਤੇ, ਰਾਜਾਂ ਵਿੱਚ ਵਿਧਾਨ ਪਰਿਸ਼ਦ ਦੇ ਚੇਅਰਮੈਨ ਅਤੇ ਉਪ ਚੇਅਰਮੈਨ। ਵਿਧਾਨ ਪਰਿਸ਼ਦ ਹੁੰਦੀ ਜੀ ਦੂਸਰਾ ਸਦਨ, ਕਈ ਸਟੇਟ ਵਿੱਚ, ਕਈ ਪ੍ਰਾਂਤਾਂ ਵਿੱਚ ਦੂਸਰਾ ਸਦਨ ਵੀ ਆ, ਉਹਨੂੰ ਕਹਿੰਦੇ ਜੀ ਆਪਣਾ ਲੈਜਿਸਲੇਟਿਵ ਕੌਂਸਲ, ਵਿਧਾਨ ਪਰਿਸ਼ਦ। ਸੁਪਰੀਮ ਕੋਰਟ ਦੇ ਜੱਜ, ਉੱਚ ਅਦਾਲਤਾਂ ਦੇ ਜੱਜ, ਹਾਈ ਕੋਰਟ ਦੇ ਜੱਜ, ਭਾਰਤ ਦਾ ਕੰਪਟਰੋਲਰ ਅਤੇ ਆਡੀਟਰ ਜਨਰਲ। ਇਹ ਬੰਦਿਆਂ ਦੀਆਂ ਕਿੰਨੀਆਂ ਤਨਖਾਹਾਂ ਹੋਣਗੀਆਂ, ਉਹਨਾਂ ਨੂੰ ਕਿੰਨੇ ਭੱਤੇ ਮਿਲੂਗੇ, ਕਿਹੜੇ ਵਿਸ਼ੇਸ਼ ਅਧਿਕਾਰ ਵਗੈਰਾ ਹੈ, ਇਹ ਸਭ ਦੂਜੀ ਅਨੁਸੂਚੀ ਵਿੱਚ ਹੈ। ਤੁਸੀਂ ਯਾਦ ਕਰ ਲਿਓ, ਸਿੰਪਲ ਸੈਲਰੀ ਐਂਡ ਅਲਾਇੰਸਸ ਆਫ ਇੰਪੋਰਟੈਂਟ ਆਫਿਸਰਸ, ਠੀਕ ਹੈ ਜੀ। ਤੀਸਰੀ ਅਨੁਸੂਚੀ ਦੇਖ ਲੈਂਦੇ ਜੀ। ਇਸ ਲਈ ਸਹੁੰ ਜਾਂ ਪੁਸ਼ਟੀ ਦੇ ਫਾਰਮ, ਮਤਲਬ ਸਿੰਪਲ ਅਸੀਂ ਕਹਿ ਲਈਏ ਫਾਰਮਸ ਆਫ ਓਥਸ ਔਰ ਅਫਰਮੇਸ਼ਨ। ਜਦੋਂ ਆਫਿਸ ਵਿੱਚ ਜਾਂਦੇ ਹਾਂ ਤਾਂ ਇੱਕ ਸਹੁੰ ਲਈ ਜਾਂਦੀ ਹੈ ਨਾ, ਉਹ ਸਹੁੰ ਦੀ ਸ਼ਬਦਾਵਲੀ ਕਿਸ ਤਰ੍ਹਾਂ ਦੀ ਹੋਏਗੀ? ਓਥਸ ਕਿਹਦੀ? ਕੇਂਦਰੀ ਮੰਤਰੀਆਂ ਲਈ। ਸੰਸਦ ਲਈ ਚੋਣ ਲਈ ਉਮੀਦਵਾਰ, MP ਦੇ ਇਲੈਕਸ਼ਨ ਹੋਣੇ ਆ, ਤਾਂ ਇਲੈਕਸ਼ਨ ਹੋਣ ਤੋਂ ਪਹਿਲਾਂ ਉਮੀਦਵਾਰ ਕਿਸ ਤਰ੍ਹਾਂ ਦੀ ਸਹੁੰ ਲੈਂਦੇ ਆ? ਜਦੋਂ ਉਮੀਦਵਾਰ ਚੁਣੇ ਗਏ ਫਿਰ ਸੰਸਦ ਦੇ ਮੈਂਬਰ ਦੇ ਰੂਪ ਵਿੱਚ ਕਿਸ ਤਰ੍ਹਾਂ ਦੀ ਸਹੁੰ ਲੈਂਦੇ ਆ? MP। ਸੁਪਰੀਮ ਕੋਰਟ ਦੇ ਜੱਜਾਂ ਦੀ ਓਥ ਮਤਲਬ ਸਹੁੰ। ਭਾਰਤ ਦਾ ਕੰਪਟਰੋਲਰ ਅਤੇ ਆਡੀਟਰ ਜਨਰਲ, ਰਾਜ ਮੰਤਰੀ, ਸਟੇਟ ਲੈਵਲ ਦੇ ਮੰਤਰੀ, ਰਾਜ ਵਿਧਾਨ ਸਭਾ ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਸਹੁੰ, ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਸਹੁੰ, ਹਾਈ ਕੋਰਟ ਦੇ ਜੱਜਾਂ ਦੀ ਸਹੁੰ। ਇਹਨਾਂ ਸਾਰਿਆਂ ਦੀ ਸਹੁੰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਉਸ ਨਾਲ ਡੀਲ ਕਰਦਾ ਜੀ ਸ਼ਡਿਊਲ 3, ਤੀਸਰੀ ਅਨੁਸੂਚੀ।
ਚੌਥੀ ਅਨੁਸੂਚੀ ਪੜ੍ਹ ਲੈਂਦੇ ਜੀ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਜ ਸਭਾ ਵਿੱਚ ਸੀਟਾਂ ਦੀ ਵੰਡ, ਵੀ ਕਿਸੇ ਸਟੇਟ ਨੂੰ ਜਾਂ ਕਿਸੇ ਯੂਟੀ ਨੂੰ, ਕਿਸੇ ਰਾਜ ਨੂੰ ਜਾਂ ਕਿਸੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਰਾਜ ਸਭਾ ਵਿੱਚ ਕਿੰਨੀਆਂ ਸੀਟਾਂ ਦੇਣੀਆਂ ਆ, ਉਹ ਡੀਲ ਕਰਦਾ ਜੀ ਸਾਡਾ ਚੌਥਾ ਸ਼ਡਿਊਲ, ਅਨੁਸੂਚੀ ਚੌਥੀ ਅਨੁਸੂਚੀ। ਤੁਹਾਨੂੰ ਪਤਾ ਕਿ ਪੰਜਾਬ ਵਿੱਚ ਕਿੰਨੀਆਂ ਸੀਟਾਂ ਜੀ ਰਾਜ ਸਭਾ ਦੀਆਂ? 7। ਅਤੇ ਇਸ ਤਰ੍ਹਾਂ ਅਲੱਗ-ਅਲੱਗ ਸਟੇਟ, ਅਲੱਗ-ਅਲੱਗ ਯੂਟੀ ਵਿੱਚ ਕਿੰਨੀਆਂ ਸੀਟਾਂ ਦਿੱਤੀਆਂ ਰਾਜ ਸਭਾ ਦੀਆਂ, ਉਹ ਡੀਲ ਕਰਦਾ ਜੀ ਕਿਹੜਾ ਸ਼ਡਿਊਲ? ਸ਼ਡਿਊਲ 4। ਅੱਗੇ ਹੈ ਜੀ ਪੰਜਵੀਂ ਅਤੇ ਛੇਵੀਂ ਅਨੁਸੂਚੀ। ਪੰਜਵੀਂ ਅਤੇ ਛੇਵੀਂ ਅਨੁਸੂਚੀ ਇਹ ਤੁਸੀਂ ਮੋਟਾ ਮੋਟਾ ਰੱਖਣਾ ਆਪਣੇ ਮਾਈਂਡ ਵਿੱਚ। ਜਿਹੜੇ ਤਾਂ ਹੈਗੇ ਆ ਸਾਡੇ ਨਾਰਥ ਈਸਟ ਦੇ ਏਰੀਏ, ਨਾਰਥ ਈਸਟ ਦੇ 4 ਸਟੇਟ ਆ, ਉਹਨਾਂ ਵਿੱਚ ਜਿਹੜੇ ਟਰਾਈਬਲ ਰਹਿੰਦੇ ਆ, ਕਬਾਇਲੀ ਖੇਤਰ ਆ, ਉਹਨਾਂ ਦੇ ਲਈ ਕਿਹੜੀਆਂ ਕਿਹੜੀਆਂ ਪ੍ਰੋਵੀਜ਼ਨਸ ਆ, ਉਹ ਡੀਲ ਹੁੰਦਾ ਜੀ 6ਵੀਂ ਅਨੁਸੂਚੀ ਵਿੱਚ। ਅਤੇ ਨਾਰਥ ਈਸਟ ਤੋਂ ਛੱਡ ਕੇ ਬਾਕੀ ਦੇ ਰਹਿੰਦੇ ਸਾਡੇ ਭਾਰਤ ਵਿੱਚ ਜਿਹੜੇ ਟਰਾਈਬਲ ਏਰੀਆ ਆ, ਉਹਨਾਂ ਲਈ ਹੈ ਜੀ 5ਵੀਂ ਅਨੁਸੂਚੀ। ਯਾਦ ਕਰੋ, 5ਵੀਂ ਅਨੁਸੂਚੀ ਹੈਗੀ ਭਾਰਤ ਦੇ ਮੇਨ ਏਰੀਆ ਲਈ, ਨਾਰਥ ਈਸਟ ਨੂੰ ਛੱਡ ਕੇ। ਅਤੇ 6ਵੀਂ ਅਨੁਸੂਚੀ ਹੈਗੀ ਹੈ ਜੀ ਉੱਤਰ ਪੂਰਬ ਦੇ ਰਾਜਾਂ ਦੇ 4 ਰਾਜਾਂ ਦੇ ਲਈ, ਜਿਹੜੇ ਕਬਾਇਲੀ ਖੇਤਰ ਆ ਨਾ ਉੱਥੇ, ਉਹਨਾਂ ਦੇ ਲਈ ਕਿਹੜੀਆਂ ਕਿਹੜੀਆਂ ਵਿਵਸਥਾਵਾਂ ਕੀਤੀਆਂ ਗਈਆਂ ਆ। ਪੜ੍ਹ ਲੈਂਦੇ ਜੀ, ਇਹ ਇੰਪੋਰਟੈਂਟ ਆ ਜੀ ਪੁਆਇੰਟ ਇਹ ਸਾਰੇ। 5ਵੀਂ ਅਤੇ 6ਵੀਂ ਅਨੁਸੂਚੀ ਬਹੁਤ ਇੰਪੋਰਟੈਂਟ ਆ, ਇਹਦੇ ਨਾਲ ਸੰਬੰਧਿਤ ਮੇਨਸ ਵਿੱਚ ਵੀ ਪ੍ਰਸ਼ਨ ਆਉਂਦੇ ਆ। ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ, ਸ਼ਡਿਊਲਡ ਏਰੀਆ ਐਂਡ ਸ਼ਡਿਊਲਡ ਟਰਾਈਬ ਦੇ ਪ੍ਰਸ਼ਾਸਨ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਅਤੇ ਨਿਯੰਤਰਣ, ਕੰਟਰੋਲ ਨਾਲ ਸੰਬੰਧਿਤ ਵਿਵਸਥਾਵਾਂ। ਸਿੰਪਲ ਕਹਿ ਦਈਏ ਕਿ ਜਿਹੜੇ ਭਾਰਤ ਦੇ ਅਲੱਗ-ਅਲੱਗ ਸ਼ਡਿਊਲਡ ਏਰੀਆ ਵਗੈਰਾ ਹੈ ਨਾ, ਜਿੱਥੇ ਸ਼ਡਿਊਲਡ ਟਰਾਈਬ ਰਹਿੰਦੇ ਆ, ਉਹਨਾਂ ਨਾਲ ਸੰਬੰਧਿਤ ਜਿਹੜੀਆਂ ਪ੍ਰੋਵੀਜ਼ਨਸ ਆ, ਵਿਵਸਥਾਵਾਂ ਆ, ਉਹ 5ਵੀਂ ਅਨੁਸੂਚੀ ਵਿੱਚ ਆ। ਤਾਂ ਜਿਹੜੇ ਨਾਰਥ ਈਸਟ ਵਿੱਚ 4 ਸਟੇਟ ਹੋ ਗਏ, ਕਿਹੜੇ ਕਿਹੜੇ? ਅਸਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ। ਇਸ ਰਾਜਾਂ ਵਿੱਚ ਕਬਾਇਲੀ ਖੇਤਰਾਂ ਦੇ ਪ੍ਰਸ਼ਾਸਨ ਨਾਲ ਸੰਬੰਧਿਤ ਵਿਵਸਥਾਵਾਂ, ਕਬਾਇਲੀ ਖੇਤਰ ਸ਼ਡਿਊਲ ਏਰੀਆ ਨਾਲ ਸੰਬੰਧਿਤ ਜਿਹੜੀਆਂ ਵਿਵਸਥਾਵਾਂ ਆ, ਉਹ ਕੀ ਆ? 6ਵੀਂ ਅਨੁਸੂਚੀ। ਹੁਣ ਤੁਸੀਂ ਕਹੋਗੇ ਸਰ 4 ਕਿਉਂ ਲਿਖੀਆਂ ਇੱਥੇ, ਬਾਕੀ ਕਿਉਂ ਨਹੀਂ? ਕਿਉਂਕਿ ਬਾਕੀ ਵਿੱਚ ਦੇਖੋ ਇਹਨਾਂ 4 ਵਿੱਚ ਕੀ ਆ ਕਿ ਕੁਛ ਏਰੀਏ ਵਿੱਚ ਜ਼ਿਆਦਾ ਸ਼ਡਿਊਲ ਟਰਾਈਬ ਰਹਿੰਦੇ ਆ, ਇਸ ਲਈ ਅਸੀਂ ਉਹਨਾਂ ਨੂੰ 6ਵੀਂ ਅਨੁਸੂਚੀ ਵਿੱਚ ਪਾਤਾ। ਪਰ ਜੇ ਆਪਾਂ ਗੱਲ ਕਰੀਏ ਮਨੀਪੁਰ ਦੀ, ਨਾਗਾਲੈਂਡ ਦੀ, ਅਰੁਣਾਚਲ ਦੀ, ਇਹ ਤਾਂ ਪੂਰੇ ਦਾ ਪੂਰਾ ਹੀ ਕੀ ਆ? ਸ਼ਡਿਊਲ ਟਰਾਈਬ ਨਾਲ ਹੀ ਭਰਿਆ ਆ ਪੂਰਾ ਸਟੇਟ, ਅਤੇ ਇਸ ਕਰਕੇ ਇਹਨਾਂ ਦੀਆਂ ਆਪਣੀਆਂ ਅਲੱਗ ਤੋਂ ਪ੍ਰੋਵੀਜ਼ਨਸ ਹੈ। ਠੀਕ, ਅਤੇ ਆਹ 4 ਸਟੇਟ ਤੁਹਾਨੂੰ ਦੇਖੋ ਜੀ ਨਕਸ਼ਾ ਯਾਦ ਹੋਣਾ ਚਾਹੀਦਾ ਆ, ਨਕਸ਼ਾ ਵੀ ਯਾਦ ਕਰਨਾ ਆ ਤੁਸੀਂ। ਆਹ ਨਾਰਥ ਈਸਟ ਦਾ ਨਕਸ਼ਾ ਆ, ਉੱਤੇ ਅਰੁਣਾਚਲ ਆ, ਥੱਲੇ ਨਾਗਾਲੈਂਡ ਆ, ਫਿਰ ਮਨੀਪੁਰ ਆ, ਫਿਰ ਥੱਲੇ ਮਿਜ਼ੋਰਮ ਆ, ਇੱਥੇ ਆਸਾਮ ਆ, ਵਿੱਚ ਮੇਘਾਲਿਆ ਆ, ਅਤੇ ਥੱਲੇ ਤ੍ਰਿਪੁਰਾ ਆ। ਇਹ ਤੁਹਾਨੂੰ ਕਿੱਥੇ ਕਿਹੜਾ ਸਟੇਟ ਆ ਤੁਹਾਨੂੰ ਯਾਦ ਹੋਣਾ ਚਾਹੀਦਾ ਆ, ਖਾਸ ਤੌਰ 'ਤੇ ਨਾਰਥ ਈਸਟ ਦਾ ਸਟੇਟ। ਨਾਰਥ ਈਸਟ ਦੇ ਉੱਤਰ ਪੂਰਬ ਦੇ ਜਿਹੜੇ ਸਾਡੇ ਭਾਰਤ ਦੇ ਪ੍ਰਾਂਤ ਆ ਨਾ, ਉਹ ਕਿੱਥੇ ਕਿੱਥੇ ਆ, ਉਹ ਤੁਹਾਨੂੰ ਯਾਦ ਹੋਣਾ ਚਾਹੀਦਾ ਪੂਰੇ ਦਿਮਾਗ ਵਿੱਚ ਕੀ ਹੈ ਨਕਸ਼ਾ। ਠੀਕ ਹੈ ਜੀ, ਯਾਦ ਤਾਂ ਵੈਸੇ ਪੂਰੇ ਇੰਡੀਆ ਦਾ ਹੋਣਾ ਚਾਹੀਦਾ, ਕਿਉਂਕਿ ਪ੍ਰਸ਼ਨ ਆਉਂਦੇ ਆ ਇੱਥੋਂ। ਅੱਛਾ ਜੀ, ਯਾਦ ਕਰ ਲਿਆ। ਫਿਰ ਆਹ ਅਸਮ ਤੋਂ ਲੈ ਕੇ ਥੱਲੇ ਦੇ 4, ਅਸਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ, ਇਹ ਯਾਦ ਕਰਨ ਦਾ ਤਰੀਕਾ ਜੀ, ਜੇ ਤੁਹਾਨੂੰ ਮੈਪ ਯਾਦ ਹੋਏਗਾ ਤਾਂ ਮੈਪ ਵਿੱਚ ਅਸਮ ਤੋਂ ਥੱਲੇ ਜਿਹੜੇ 4 ਵਾਲੇ ਪ੍ਰਾਂਤ ਆ ਨਾ ਸਾਡੇ 4, ਅਸਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ, ਇਹ ਕੀ ਆ? 6ਵੇਂ ਸ਼ਡਿਊਲ ਵਿੱਚ ਆਉਂਦੇ ਆ ਜੀ। ਆਹ 4 ਯਾਦ ਕਰ ਲਿਓ ਇੱਦਾਂ। ਠੀਕ, ਇਹਨਾਂ ਨਾਲ ਸੰਬੰਧਿਤ ਜਿਹੜੀਆਂ ਵਿਵਸਥਾਵਾਂ ਆ, ਉਹ ਕਿਹੜੀ ਅਨੁਸੂਚੀ ਵਿੱਚ ਆ? 6ਵੀਂ ਅਨੁਸੂਚੀ ਵਿੱਚ। ਠੀਕ ਹੈ ਜੀ, ਇਹ ਯਾਦ ਕਰ ਲਿਓ। 7ਵੀਂ ਅਨੁਸੂਚੀ ਅਸੀਂ ਅਗਲੀ ਕਲਾਸ ਵਿੱਚ ਪੜ੍ਹਦੇ ਹਾਂ। ਅੱਜ ਲਈ ਇੰਨਾ ਹੀ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।